ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 109 ਤੇ ਹੇਠੋਂ ਪੰਜਵੀਂ ਪੰਕਤੀ ਹੈ, 5 ਨੰਬਰ ਤੋਂ ਬਾਅਦ। ਪੇਈੜੈ ਪਿਰ ਜਾਤੋ ਨਹੀਂ, ਝੂਠ ਵਿਛੁੰਨੀ ਰੋਵੈ ਤਾਹੀਂ। ਤਾਹੀਂ ਆਹਨ ਪਿਆਰੀ ਬਿੰਦੀ। ਅਵਗਣ ਮੁਠੀ ਮਹਿਲ ਨਾ ਪਾਏ, ਅਵਗਣ ਗੁਣ ਬਖਸ਼ਾ ਬਣਿਆ। ਪੇਈੜੈ ਪੇਕੇ ਘਰ 'ਚ, ਭਾਵੇਂ ਸਮਾਤ ਲੋਕ 'ਚ। ਸਾਡੇ 2 ਘਰ ਨੇ, ਇੱਕ ਪੇਕਾ ਘਰ ਹੈ, ਇੱਕ ਸਹੁਰਾ ਘਰ ਹੈ। ਆਪ ਇੱਕ ਮਾਤ ਲੋਕ ਹੈ, ਇੱਕ ਪਰਲੋਕ ਹੈ। ਮਾਤ ਲੋਕ ਨੂੰ ਪੇਕਾ ਘਰ ਕਹਿੰਦੇ ਨੇ, ਪਰਲੋਕ ਨੂੰ ਸਹੁਰਾ ਘਰ ਕਹਿੰਦੇ ਨੇ। ਪੇਈੜੈ ਪਿਰ ਜਾਤੋ ਨਹੀਂ, ਜਿਨ੍ਹਾਂ ਇੱਥੇ ਪੇਕੇ ਘਰ 'ਚ ਰਹਿੰਦੇ ਹੋਇਆ ਪ੍ਰਭੂ ਪਤੀ ਨੂੰ ਨਹੀਂ ਜਾਣਿਆ, ਜਿਨ੍ਹਾਂ ਨੇ ਇਸ ਮਾਤ ਲੋਕ 'ਚ ਰਹਿੰਦੇ ਆ ਪ੍ਰਭੂ ਪਤੀ ਨੂੰ ਨਹੀਂ ਜਾਣਿਆ। ਝੂਠ ਵਿਛੁੰਨੀ, ਝੂਠੇ ਪਦਾਰਥਾਂ ਲੱਗ ਕੇ ਉਹਦਾ ਪਰਮਾਤਮਾ ਵਿਛੋੜਾ ਪੈ ਗਿਆ ਹੈ। ਰੋਵੈ ਤਾਹੀਂ, ਹੁਣ ਤਾਹਾਂ ਮਾਰ ਮਾਰ ਕੇ ਰੋਂਦੀ ਹੈ। ਕਿਉਂ? ਲੱਗਣਾ ਸੀ ਪਰਮਾਤਮਾ ਨਾਲ, ਅਤੇ ਝੂਠ ਦਾ ਨਾਸ਼ਵੰਤ ਚੀਜ਼ਾਂ। ਮਨੁੱਖ ਪਰਮਾਤਮਾ ਨੂੰ ਛੱਡ ਕੇ ਨਾਸ਼ਵਾਨ ਚੀਜ਼ਾਂ ਨਾਲ ਜੁੜ ਗਿਆ ਹੈ, ਇਸ ਲਈ ਪਰਮਾਤਮਾ ਵਿਛੜ ਗਿਆ। ਵਿਛੋੜੇ 'ਚ ਹਮੇਸ਼ਾ ਦੁੱਖ ਹੁੰਦਾ, ਹੁਣ ਤਾਹਾਂ ਮਾਰ ਮਾਰ ਕੇ ਹੁੰਦੇ। ਕਿਉਂ? ਜਦੋਂ ਪਰਮਾਤਮਾ ਦਾ ਨਾਮ ਜਪਣ ਦਾ ਵੇਲਾ ਸੀ, ਉਦੋਂ ਜਪਿਆ ਨਹੀਂ। ਅਵਗਣ ਮੁੱਠੀ ਮਹਿਲ ਨਾ ਪਾਏ, ਔਗਣਾਂ ਦੀ ਠੱਗੀ ਹੋਈ। ਮੁੱਠੀ ਮੈਨੇ ਠੱਗੀ ਹੋਈ, ਔਗਣਾਂ ਦੀ ਠੱਗੀ ਹੋਈ ਮਹਿਲ ਨਾ ਪਾਏ। ਉਹਨੂੰ ਪਰਮਾਤਮਾ ਦਾ ਮਹਿਲ ਪ੍ਰਾਪਤ ਨਹੀਂ ਹੁੰਦਾ, ਪਰਮਾਤਮਾ ਦਾ ਘਰ ਪ੍ਰਾਪਤ ਨਹੀਂ ਹੁੰਦਾ, ਪਤੀ ਦਾ ਘਰ ਪ੍ਰਾਪਤ ਨਹੀਂ ਹੁੰਦਾ, ਕਿਉਂਕਿ ਅੰਦਰ ਔਗਣ ਨੇ, ਔਗਣਾਂ ਨੂੰ ਠੱਗ ਲਿਆ ਹੈ। ਅਵਗੁਣ ਗੁਣ ਬਖਸ਼ਾ ਬਣਿਆ। ਹੁਣ ਜਿਹੜੇ ਔਗਣ ਨੇ, ਜੇ ਆਪਾਂ ਆਪਣੇ ਅੰਦਰ ਗੁਣ ਧਾਰਨ ਕਰ ਲਈਏ, ਔਗਣਾਂ ਨੂੰ ਛੱਡ ਦਈਏ, ਤਾਂ ਫਿਰ ਬਖਸ਼ਾਏ ਜਾ ਸਕਦੇ ਨੇ। ਔਗਣ ਤਾਂ ਹੀ ਬਖਸ਼ੇ ਜਾ ਸਕਦੇ ਨੇ ਜੇ ਮੁੜ ਕੇ ਬੰਦਾ ਔਗਣ ਨਾ ਕਰੇ। ਇਹ ਸ਼ਰਤ ਹੈ। ਨਿਰੀਆਂ ਮਾਫੀਆਂ ਮੰਗਣ ਨਾਲ ਗੱਲ ਨਹੀਂ ਬਣਦੀ। ਹਾਲਾਂਕਿ ਜੇ ਐਤਕੀ ਮੈਨੂੰ ਮਾਫ਼ ਕਰ ਦਿਓ, ਅੱਗੇ ਤੋਂ ਮੈਂ ਇਸ ਤਰ੍ਹਾਂ ਨਹੀਂ ਕਰਦਾ। ਉਹ ਕਹੇ ਚੰਗਾ ਨਾ ਕਰੀ ਅੱਗੇ ਤੋਂ। ਉਹ ਫਿਰ ਕਰਦਾ ਤਾਂ ਫਿਰ ਉਹਨੂੰ ਮਾਫੀ ਨਹੀਂ ਮਿਲਦੀ। ਹੁਣ ਕਿਉਂ? ਉਹਨੇ ਝੂਠੀ ਮਾਫੀ ਮੰਗੀ। ਜਦੋਂ ਮਨੁੱਖ ਆਪਣੇ ਅੰਦਰ ਗੁਣ ਪੈਦਾ ਕਰ ਲੈਂਦਾ ਹੈ, ਔਗਣ ਛੱਡ ਦਿੰਦਾ ਹੈ, ਫਿਰ ਉਹਦੇ ਔਗਣ ਬਖਸ਼ਾਏ ਜਾ ਸਕਦੇ ਹਨ। ਪਰਮਾਤਮਾ ਦੇ ਔਗਣ ਨੂੰ ਬਖਸ਼ ਦਿੰਦਾ। ਪਿਛਲੇ ਔਗਣ ਬਖਸ਼ ਲੈ ਪ੍ਰਭ ਅੱਗੇ ਮਾਰਗ ਪਾਵੇ। ਪਰਮਾਤਮਾ ਪਿਛਲੇ ਔਗਣ ਨੂੰ ਬਖਸ਼ ਦਿੰਦਾ, ਅੱਗੇ ਸਿੱਧੇ ਰਾਹ ਪਾਉਂਦਾ। ਮਨੁੱਖ ਫਿਰ ਨਾਮ ਜਪਦਾ। ਨਾਮ ਜਪ ਜਪ ਕੇ ਜਿਹੜੀ ਔਗਣਾਂ ਦੀ ਮੈਲ ਮਨ ਨੂੰ ਲੱਗੀ ਹੋਈ ਸੀ, ਉਹ ਮੈਲ ਸਾਫ਼ ਹੋ ਜਾਂਦੀ ਹੈ ਅਤੇ ਉਹਨੂੰ ਬਖਸ਼ਿਆ ਜਾਂਦਾ ਹੈ। ਇਹ ਨਹੀਂ ਕਿ ਬਖਸ਼ੇ ਨਹੀਂ ਜਾਏਗਾ, ਪਰਮਾਤਮਾ ਬਖਸ਼ ਦਿੰਦਾ। ਇੱਕ ਸ਼ਰਤ ਹੈ ਕਿ ਮੁੜ ਕੇ ਉਹ ਕੰਮ ਨਾ ਕਰੇ, ਤੋਬਾ ਕਰ ਲੈ, ਫਿਰ ਨਾਮ ਜਪੀ ਜਾਏ, ਬਖਸ਼ਿਆ ਜਾਂਦਾ। ਪੇਈੜੈ ਜਿਨ ਜਾਤਾ ਪਿਆਰਾ, ਜਿਨ੍ਹਾਂ ਨੇ ਪੇਕੇ ਘਰ ਪਾ, ਮਾਤ ਲੋਕ ਜਿਹਨਾਂ ਨੇ ਆਪਣੇ ਪਿਆਰੇ ਪਰਮਾਤਮਾ ਨੂੰ ਜਾਣ ਲਿਆ। ਗੁਰਮੁਖ ਬੂਝੈ ਤਤ ਵਿਚਾਰ, ਉਹ ਗੁਰੂ ਦੇ ਰਾਹੀਂ ਤਤ ਵਿਚਾਰ ਪਾ, ਪਰਮਾਤਮਾ ਦਾ ਨਾਮ। ਗੁਰੂ ਦੇ ਰਾਹੀਂ ਉਹਨੂੰ ਪਰਮਾਤਮਾ ਦੇ ਨਾਮ ਦੀ ਸੋਝੀ ਆ ਜਾਂਦੀ ਹੈ ਕਿ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ। ਉਹਨੂੰ ਸੋਝੀ ਆ ਗਈ। ਆਵਣ ਜਾਣਾ ਠਾਕ ਰਹਾਏ, ਸੱਚੇ ਨਾਮ ਸਮਾਵਣ। ਕਿਉਂਕਿ ਉਹ ਤਤ ਵਿਚਾਰ ਦੀ ਉਹਨੂੰ ਸੋਝੀ ਆ ਗਈ ਹੈ। ਹੁਣ ਉਹ ਨਾਮ ਜਪਦਾ ਹੈ। ਨਾਮ ਜਪਣ ਕਾ ਆਵਣ ਜਾਣਾ ਠਾਕ ਰਹੇ। ਜੰਮਣ ਮਰਨ ਨੂੰ ਰੋਕ ਲੈਂਦਾ। ਠਾਕਣਾ ਹੁੰਦਾ ਰੋਕਣਾ। ਉਹਦਾ ਜਨਮ ਮਰਨ ਫਿਰ ਖਤਮ ਹੋ ਜਾਂਦਾ ਹੈ।
ਸੱਚੈ ਨਾਮ ਸਮਾਵਣਿਆ। ਤੇ ਪਰਮਾਤਮਾ ਦੇ ਸੱਚਾ ਹੁੰਦਾ, ਪਰਮਾਤਮਾ ਦੇ ਇੱਕ ਹੁੰਦਾ ਸੱਚਾ, ਉਹ ਤੇ ਇੱਕ ਵਚਨ ਹੈ, ਸੱਚੇ ਬਹੁਵਚਨ। ਸੱਚੈ ਅਰਥ ਹੈ ਪਰਮਾਤਮਾ ਦੇ, ਸੱਚੈ ਨਾਮ ਸਮਾਵਣਿਆ। ਪਰਮਾਤਮਾ ਦੇ ਨਾਮ ਰਾਹੀਂ ਉਹ ਪਰਮਾਤਮਾ ਦੇ ਵਿੱਚ ਹੀ ਸਮਾ ਜਾਂਦਾ ਹੈ, ਉਹ 'ਚ ਲੀਨ ਹੋ ਜਾਂਦਾ। ਕਿਉਂਕਿ ਨਾਮ ਜਪੀ ਜਾਣਾ ਬੰਦਾ, ਜਿਹਦਾ ਨਾਮ ਜਪ ਰਿਹਾ ਉਹਦੇ ਨਾਲ ਮੇਲ ਹੋ ਜਾਂਦਾ ਉਹਦਾ। ਗੁਰਮੁਖ ਬੂਝੈ ਅਕਥ ਕਹਾਵੈ, ਸੱਚੇ ਠਾਕੁਰ ਸਾਚੋ ਭਾਵੈ। ਨਾਨਕ ਸੱਚ ਕਹੈ ਬੇਨੰਤੀ, ਸੱਚ ਮਿਲੈ ਗੁਣ ਗਾਵਣਿਆ। ਗੁਰਮੁਖ ਬੂਝੈ ਅਕਥ ਕਹਾਵੈ। ਅਕਥ ਪਰਮਾਤਮਾ ਨੂੰ ਕਹਿੰਦੇ ਨੇ। ਗੁਰੂ ਦੇ ਰਾਹੀਂ ਜਦੋਂ ਮਨੁੱਖ ਨੂੰ ਸੋਝੀ ਆਉਂਦੀ ਹੈ, ਫਿਰ ਉਹ ਪਰਮਾਤਮਾ ਦਾ ਨਾਮ ਜਪਦਾ, ਫਿਰ ਉਹ ਪਰਮਾਤਮਾ ਦਾ ਨਾਮ ਜਪਦਾ। ਕਿਉਂ? ਸੱਚੇ ਠਾਕੁਰ ਸਾਚੋ ਭਾਵੈ। ਸੱਚੇ ਪਰਮਾਤਮਾ ਨੂੰ ਸੱਚ ਹੀ ਚੰਗਾ ਲੱਗਦਾ ਹੈ। ਪਰਮਾਤਮਾ ਦਾ ਨਾਮ ਪਰਮਾਤਮਾ ਨੂੰ ਚੰਗਾ ਲੱਗਦਾ ਹੈ। ਨਾਨਕ ਸੱਚ ਕਹੈ ਬੇਨੰਤੀ, ਸੱਚ ਮਿਲੈ ਗੁਣ ਗਾਵਣੇ। ਗੁਰੂ ਮਹਾਰਾਜ ਬੇਨਤੀ ਕਰਦੇ ਨੇ ਕਿ ਜਿਸ ਨੂੰ ਸੱਚ ਦੀ ਪ੍ਰਾਪਤੀ ਹੋ ਜਾਂਦੀ ਹੈ, ਉਹ ਫਿਰ ਸਦਾ ਹੀ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ। ਪਹਿਲਾ ਗੁਣ ਗਾਉਂਦਾ ਸੱਚ ਦੀ ਪ੍ਰਾਪਤੀ ਲਈ, ਫਿਰ ਗੁਣ ਗਾਉਂਦਾ, ਬਸ ਉਹ ਫਿਰ ਗੁਣ ਗਾਉਂਦਾ ਹੀ ਰਹਿੰਦਾ। ਜਿਵੇਂ ਆਪਾਂ ਸ਼ੁਕਰਾਨੇ ਵਜੋਂ ਪਹਿਲਾਂ ਆਪਾਂ ਪਾਠ ਕਰਾਇਆ ਵੀ ਸਾਡੇ ਸੱਚੇ ਪਾਤਸ਼ਾਹ ਸਾਡੇ ਕਾਰਜ ਰਸ ਹੋ ਜਾਏ। ਜਦੋਂ ਕਾਰਜ ਰਸ ਹੋ ਜਾਂਦਾ ਫਿਰ ਆਪਾਂ ਸ਼ੁਕਰਾਨੇ ਦਾ ਪਾਠ ਕਰਾਉਂਦੇ ਹਾਂ। ਇਸ ਤਰ੍ਹਾਂ ਪਹਿਲਾਂ ਤਾਂ ਉਹ ਬੇਨਤੀ ਕਰਦਾ ਕਿ ਮੈਨੂੰ ਸੱਚ ਦੀ ਪ੍ਰਾਪਤੀ ਹੋ ਜਾਏ, ਅਤੇ ਜਦੋਂ ਸੱਚ ਮਿਲ ਜਾਂਦਾ ਫਿਰ ਪਰਮਾਤਮਾ ਗੁਣ ਗਾਉਂਦਾ ਰਹਿੰਦਾ। ਕਿਉਂਕਿ ਗੁਣ ਗਾਉਣ ਨਾਲ ਹੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਮਾਝ ਮਹਿਲਾ ਤੀਜਾ ਘਰ ਪਹਿਲਾ। ਤੀਸਰੇ ਪਾਤਸ਼ਾਹ ਫਰਮਾਨ ਕਰਦੇ ਨੇ, ਕਰਮ ਹੋਵੈ ਸਤਿ ਗੁਰੂ ਮਿਲਾਏ, ਸੇਵਾ ਸੁਰਤ ਸ਼ਬਦ ਚਿਤ ਲਾਏ। ਹਉਮੈ ਮਾਰ ਸਦਾ ਸੁਖ ਪਾਇਆ, ਮਾਇਆ ਮੋਹ ਚੁਕਾਵਣਿਆ। ਕਰਮ ਹੋਵੇ, ਕਰਮ ਹੁੰਦੀ ਪਰਮਾਤਮਾ ਦੀ ਬਖਸ਼ਿਸ਼। ਕਰਮ ਨੂੰ ਕਰਮ ਫਾਰਸੀ ਦਾ ਸ਼ਬਦ ਹੈ, ਅਤੇ ਉਹਦੇ ਫਾਰਸੀ ਦੀ ਲਿਖੀ ਦਾ ਅਰਥ ਹੁੰਦਾ ਫਜ਼ਲ। ਕਿਉਂਕਿ ਕਰਮ ਮੰਮੇ ਨੂੰ ਔਂਕੜ ਲਾਇਆ ਹੈ, ਕਰਮ ਪੁਲਿੰਗ ਬਣਾਇਆ ਹੋਇਆ ਹੈ, ਇਸ ਲਈ ਉਹਦਾ ਅਰਥ ਹੁੰਦਾ ਫਜ਼ਲ, ਬਖਸ਼ਿਸ਼। ਫਜ਼ਲ ਮੈਨੇ ਵੀ ਬਖਸ਼ਿਸ਼ ਹੁੰਦੇ ਅਤੇ ਕਰਮ ਮੈਨੇ ਵੀ ਬਖਸ਼ਿਸ਼ ਹੁੰਦੀ। ਜੇ ਪਰਮਾਤਮਾ ਦੀ ਬਖਸ਼ਿਸ਼ ਹੋਵੇ ਤਾਂ ਪਰਮਾਤਮਾ ਕਹਿੰਦੇ ਫਿਰ ਗੁਰੂ ਨਾਲ ਮਿਲਾਉਂਦੇ ਮਨੁੱਖ ਨੂੰ। ਗੁਰੂ ਨਾਲ ਮੇਲ ਵੈਸੇ ਨਹੀਂ ਹੁੰਦਾ, ਇਹ ਤਾਂ ਪਰਮਾਤਮਾ ਦੀ ਕਿਰਪਾ ਹੁੰਦੀ ਹੈ। ਫਿਰ ਮਨੁੱਖ ਦਾ ਗੁਰੂ ਨਾਲ ਮੇਲ ਹੁੰਦਾ, ਫਿਰ ਗੁਰੂ ਮਹਾਰਾਜ ਤੋਂ ਗੁਰਮੰਤਰ ਲੈਂਦਾ, ਫਿਰ ਗੁਰੂ ਮਹਾਰਾਜ ਦੀ ਅਗਵਾਈ 'ਚ ਨਾਮ ਜਪਦਾ ਹੈ ਅਤੇ ਪ੍ਰਾਪਤੀ ਕਰ ਲੈਂਦਾ ਹੈ। ਸੋ ਜੇ ਪਰਮਾਤਮਾ ਦੀ ਬਖਸ਼ਿਸ਼ ਹੋਵੇ ਤਾਂ ਸਤਿਗੁਰੂ ਨਾਲ ਮੇਲ ਹੁੰਦਾ ਬੰਦੇ ਦਾ। ਸੇਵਾ ਸੁਰਤ ਸ਼ਬਦ ਚਲਾਏ। ਜਦੋਂ ਫਿਰ ਗੁਰੂ ਮਹਾਰਾਜ ਨਾਲ ਮੇਲ ਹੋ ਜਾਂਦਾ, ਬੰਦਾ ਸੇਵਾ 'ਚ ਆਪਣੀ ਸੁਰਤੀ ਜੋੜਦਾ ਹੈ, ਭਾਵ ਧਿਆਨ ਨਾਲ ਸੇਵਾ ਕਰਦਾ। ਸ਼ਬਦ ਚਿਤ ਲਾਏ,
ਤੇ ਪਰਮਾਤਮਾ ਦੇ ਨਾਮ ਨਾਲ ਚਿੱਤ ਲਾਉਂਦਾ ਹੈ। ਦੋਨੋਂ ਕੰਮ ਕਰਦਾ, ਸੇਵਾ ਵੀ ਕਰਦਾ ਅਤੇ ਨਾਮ ਵੀ ਜਪਦਾ ਹੈ। ਕਿਉਂਕਿ ਆਮ ਕਿਹਾ ਜਾਂਦਾ ਵੀ ਜਿਵੇਂ ਜਾਨਵਰ ਹੈ ਉਹ ਦੋ ਖੰਭਾਂ ਨਾਲ ਉੱਡਦਾ ਹੈ, ਹਵਾਈ ਜਹਾਜ਼ ਹੈ ਉਹ ਵੀ ਦੋ ਖੰਭਾਂ ਨਾਲ ਉੱਡਦਾ ਹੈ। ਸਿੱਖ ਨੇ ਵੀ ਦੋ ਖੰਭਾਂ ਨਾਲ ਉੱਡ ਕੇ ਆਪਣੀ ਮੰਜ਼ਿਲ 'ਤੇ ਪਹੁੰਚਣਾ ਹੈ, ਅਤੇ ਉਹ ਦੋ ਖੰਭ ਨੇ, ਇੱਕ ਸੇਵਾ, ਦੂਜਾ ਸਿਮਰਨ। ਸੇਵਾ ਵੀ ਕਰਨੀ ਹੈ, ਸਿਮਰਨ ਵੀ ਕਰਨਾ। ਜੇ ਨਿਸ਼ਕਾਮ ਸੇਵਾ ਹੋਵੇ ਫਿਰ ਇਕੱਲੀ ਸੇਵਾ ਨਾਲ ਵੀ ਪ੍ਰਾਪਤੀ ਹੋ ਜਾ ਕਰਦੀ ਹੈ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸਭ। ਨਿਸ਼ਕਾਮ ਸੇਵਾ ਦਾ ਮਤਲਬ ਸੇਵਾ ਦੇ ਬਦਲੇ ਮੰਗਣਾ ਕੁਛ ਨਹੀਂ, ਬਸ ਸੇਵਾ ਕਰਨੀ, ਉਹਦੇ ਬਦਲੇ ਮੰਗਣਾ ਨਹੀਂ ਹੈ। ਫਿਰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਨਾਮ ਜਪੀ ਜਾਓ, ਉਹਦੇ ਬਦਲੇ ਮੰਗਣਾ ਨਹੀਂ, ਫਿਰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਪਰ ਫਿਰ ਵੀ ਸਿੱਖ ਨੂੰ ਕਹਿ ਤੂੰ ਇਹ ਦੋਨੋਂ ਕੰਮ ਕਰਨੇ, ਸੇਵਾ ਵੀ ਕਰਨੀ ਹੈ ਅਤੇ ਸਿਮਰਨ ਵੀ ਕਰਨਾ। ਜਦੋਂ ਗੁਰੂ ਨਾਲ ਮੇਲ ਹੁੰਦਾ ਕਿਸੇ ਮਨੁੱਖ ਦਾ, ਫਿਰ ਉਹ ਸੇਵਾ ਵੀ ਕਰਦਾ ਅਤੇ ਚਿੱਤ ਲਾ ਕੇ ਸਿਮਰਨ ਵੀ ਕਰਦਾ। ਹਉਮੈ ਮਾਰ ਸਦਾ ਸੁਖ ਪਾਇਆ, ਮਾਇਆ ਮੋਹ ਚੁਕਾ ਬਣਿਆ। ਉਹ ਨਾਮ ਜਪਦਾ, ਉਹਦੇ ਅੰਦਰ ਫਿਰ ਹਉਮੈ ਖਤਮ ਹੋ ਜਾਂਦੀ, ਮਾਇਆ ਦਾ ਮੋਹ ਚੁਕਾਵਣੇ ਖਤਮ ਕਰ ਦੇਣਾ। ਨਾਮ ਜਪਣ ਨਾਲ ਕੀ ਹੁੰਦਾ, ਸੇਵਾ ਕਰਨ ਨਾਲ ਕਿਹਦੇ ਅੰਦਰੋਂ ਹਉਮੈ ਖਤਮ ਹੁੰਦੀ ਹੈ, ਮਾਇਆ ਦਾ ਮੋਹ ਖਤਮ ਹੋ ਜਾਂਦਾ ਹੈ, ਸਦਾ ਸੁਖ ਪਾਇਆ, ਅਤੇ ਸਦਾ ਰਹਿਣ ਵਾਲੇ ਸੁੱਖ ਦੀ ਪ੍ਰਾਪਤੀ ਹੋ ਜਾਂਦੀ, ਸਦੀਵੀ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਸੋ ਅਸੀਂ ਇਹ ਦੋ ਕੰਮ ਕਰਦੇ ਰਹਿਣਾ। ਸੇਵਾ ਵੀ ਤਿੰਨ ਤਰੀਕੇ ਨਾਲ ਹੁੰਦੀ ਹੈ, ਮਨ ਕਰਕੇ, ਧਨ ਨਾਲ, ਸਰੀਰ ਨਾਲ। ਗੁਰਦੁਆਰੇ ਗਏ, ਕਿਸੇ ਨੇ ਝਾੜੂ ਫੇਰਿਆ, ਕਿਸੇ ਨੇ ਪੋਚਾ ਫੇਰਿਆ, ਕਿਸੇ ਨੇ ਭਾਂਡੇ ਮਾਂਜਣੇ, ਕਿਸੇ ਨੇ ਲੰਗਰ ਵਰਤਾਇਆ, ਸੇਵਾ ਕੀ? ਇਹ ਹੈਗਾ ਸਰੀਰ ਨਾਲ। ਕਈ ਵਾਰੀ ਸਾਨੂੰ ਸਮਾਂ ਨਹੀਂ ਹੁੰਦਾ, ਆਪਣੇ ਰੁਝੇਵੇਂ ਹੁੰਦੇ ਨੇ, ਅਸੀਂ ਮਾਇਆ ਨਾਲ ਸੇਵਾ ਕਰਦੇ। ਕੋਈ ਬਿਲਡਿੰਗ ਬਣ ਰਹੀ ਹੈ, ਕੁਛ ਹੋਰ ਹੈ, ਆਪਾਂ ਉੱਥੇ ਮਾਇਆ ਦੇ ਦਿੰਦੇ ਗੁਰਦੁਆਰਾ ਸਾਹਿਬ ਨੂੰ, ਇਹ ਵੀ ਸੇਵਾ ਹੈ। ਜੇ ਸਾਡੇ ਕੋਲ ਮਾਇਆ ਵੀ ਨਹੀਂ ਅਤੇ ਸਰੀਰ ਨਾਲ ਅਸੀਂ ਸੇਵਾ ਨਹੀਂ ਕਰ ਸਕਦੇ, ਤਾਂ ਮਨ ਕਰਕੇ ਹੀ ਅਰਦਾਸਾਂ ਕਰਦੇ ਨੇ, ਸੱਚੇ ਪਾਤਸ਼ਾਹ ਕਿਰਪਾ ਕਰਨੀ ਸੰਸਾਰ। ਜਿਵੇਂ ਕਈ ਵਾਰੀ ਆਪਣਾ ਕੋਈ ਰਿਸ਼ਤੇਦਾਰ, ਆਪਣਾ ਨਜ਼ਦੀਕੀ ਬਿਮਾਰ ਹੁੰਦਾ ਹਸਪਤਾਲ ਦੇ, ਫਿਰ ਉਹਨੂੰ ਕਿਤੇ ਭਾਈ ਤੂੰ ਪਾਠ ਕਰ ਉਹਦੇ ਭਲੇ ਲਈ। ਹੁਣ ਮੰਨ ਲਓ ਕਿਸੇ ਨੂੰ ਕਰੋਨਾ ਹੋ ਗਿਆ ਹੈ, ਹਸਪਤਾਲ ਤਾਂ ਵੜਨ ਨਹੀਂ ਦਿੰਦੇ, ਕਿਸੇ ਨੂੰ ਵੜਨ ਨਹੀਂ ਦਿੰਦੇ, ਤਾਂ ਕੋਈ ਬੰਦਾ ਜਾ ਕੇ ਉੱਥੇ ਸਰੀਰਕ ਤੌਰ 'ਤੇ ਸੇਵਾ ਨਹੀਂ ਉਹਦੀ ਕਰ ਸਕਦਾ, ਉਹ ਤਾਂ ਡਾਕਟਰ ਹੀ ਕਰਨਗੇ। ਤਾਂ ਫਿਰ ਸਾਡਾ ਕੀ ਫਰਜ਼ ਬਣਦਾ ਹੈ ਕਿ ਉਹਦੇ ਭਲੇ ਲਈ ਅਸੀਂ ਪਾਠ ਕਰਦੇ ਰਹੀਏ, ਉਹਦੇ ਭਲੇ ਲਈ ਪਾਠ ਕਰਦੇ ਰਹੀਏ। ਇਹ ਵੀ ਸੇਵਾ ਹੁੰਦੀ ਹੈ। ਸੋ ਗੁਰੂ ਮਹਾਰਾਜ ਕਹਿੰਦੇ ਹਉ ਵਾਰੀ ਜੀਓ ਵਾਰੀ, ਸਤਿਗੁਰ ਕੈ ਬਲਿਹਾਰਣੇ। ਮੈਂ ਗੁਰੂ ਤੋਂ ਬਲਿਹਾਰ ਜਾਂਦਾ ਹਾਂ, ਮੈਂ ਗੁਰੂ ਤੋਂ ਵਾਰੀ ਜਾਂਦਾ, ਸਦਕੇ ਜਾਂਦਾ। ਹੁਣ ਸਵਾਲ ਪੈਦਾ ਕਿਉਂ ਜਾਂਦਾ, ਮੈਂ ਗੁਰੂ ਤੋਂ ਬਲਿਹਾਰ ਕਿਉਂ ਜਾਂਦਾ ਹਾਂ, ਮੈਂ ਇਸ ਤੋਂ ਸਦਕੇ ਕਿਉਂ ਜਾਂਦਾ ਹਾਂ? ਕਿਉਂਕਿ ਉਹਨੇ ਮੈਨੂੰ ਸੇਵਾ ਅਤੇ ਨਾਮ ਵਾਲੇ ਪਾਸੇ ਲਾ ਦਿੱਤਾ ਹੈ। ਉਹਨੇ ਮੇਰੇ ਅੰਦਰੋਂ ਹਉਮੈ ਖਤਮ ਕਰ ਦਿੱਤੀ ਹੈ, ਮਾਇਆ ਦਾ ਮੋਹ ਖਤਮ ਕਰ ਦਿੱਤਾ ਹੈ, ਮੈਨੂੰ ਸਦੀਵੀ ਸੁੱਖ ਦੀ ਪ੍ਰਾਪਤੀ ਹੋ ਗਈ ਹੈ। ਕਹਿੰਦੇ ਇਸ ਲਈ ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਂਦਾ, ਸਦਕੇ ਜਾਂਦਾ। ਗੁਰਮਤਿ ਪ੍ਰਗਾਸ ਹੋਆ ਜੀ, ਅਣ ਦਿਨ ਹਰ ਗੁਣ ਗਾਵਣੇ। ਗੁਰੂ ਦੀ ਮੱਤ 'ਤੇ ਚੱਲ ਕੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ। ਕਾਹਦਾ ਪ੍ਰਕਾਸ਼ ਹੈ? ਗਿਆਨ ਦਾ। ਅਗਿਆਨਤਾ ਨੂੰ ਹਨੇਰਾ ਕਹਿੰਦੇ ਨੇ, ਗਿਆਨ ਨੂੰ ਪ੍ਰਕਾਸ਼ ਕਹਿੰਦੇ ਨੇ। ਗੁਰੂ ਦੀ ਮੱਤ 'ਤੇ ਚੱਲ ਕੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ। ਅਣ ਦਿਨ ਹਰ ਗੁਣ ਗਾਵਣੇ। ਅਤੇ ਜਿਹੜਾ ਵੀ ਫਿਰ ਗੁਰੂ ਦੀ ਮੱਤ 'ਤੇ ਚੱਲਦਾ ਹੈ, ਉਹ ਦਿਨ ਰਾਤ ਅਣ ਦਿਨ
ਦਿਨ ਰਾਤ ਹਰੀ ਦੇ ਗੁਣ ਗਾਉਂਦਾ ਰਹਿੰਦਾ ਹੈ, ਕਿਉਂ ਗਿਆਨ 'ਚ ਹੋ ਗਿਆ। ਗੁਰੂ ਦੀ ਮੱਤ ਚੱਲ ਕੇ ਗਿਆਨ ਹੋ ਗਿਆ ਹੈ ਕਿ ਮਨੁੱਖਾ ਜੀਵਨ ਦਾ ਉਦੇਸ਼ ਪਰਮਾਤਮਾ ਦੀ ਪ੍ਰਾਪਤੀ ਹੈ, ਅਤੇ ਪਰਮਾਤਮਾ ਦੀ ਪ੍ਰਾਪਤੀ ਨਾਮ ਜਪਣ ਨਾਲ ਹੁੰਦੀ ਹੈ। ਉਹਨੇ ਗਿਆਨ ਹੋ ਗਿਆ ਹੈ, ਇਸ ਲਈ ਦਿਨ ਰਾਤ ਹਰੀ ਦੇ ਗੁਣ ਗਾਉਂਦਾ ਰਹਿੰਦਾ ਹੈ, ਉਹਦਾ ਨਾਮ ਜਪਦਾ ਹੈ, ਬਾਣੀ ਪੜ੍ਹਦਾ ਹੈ। ਰਹਾ ਤਨ ਮਨ ਖੋਜੇ ਤਾਂ ਨਾਉ ਪਾਏ, ਤਾਵਤ ਰਾਖੈ ਠਾਕ ਰਹਾਏ। ਗੁਰ ਕੀ ਬਾਣੀ ਅਣ ਦਿਨ ਗਾਵੇ, ਸਹਿਜੇ ਭਗਤ ਕਰਾਵਣੇ। ਤਨ ਮਨ ਖੋਜੇ, ਤਨ ਮਨ ਦੀ ਖੋਜ ਕਰਨੀ ਹੈ ਵੀ ਜਿਹੜੇ ਸਰੀਰ ਨਾਲ ਮੈਂ ਕਰਮ ਕਰ ਰਿਹਾ ਕੀ ਠੀਕ ਨੇ। ਮਨ ਦੀ ਖੋਜ ਕਰਨੀ ਹੈ ਕਿ ਜੋ ਮੈਂ ਮਨ 'ਚ ਖਿਆਲ ਲਿਆ ਰਿਹਾ ਠੀਕ ਨੇ, ਜੇ ਗਲਤ ਨੇ ਤਾਂ ਤਿਆਗਣੇ ਨੇ। ਗਲਤ ਕੰਮ ਹੋ ਰਿਹਾ ਤਿਆਗਣਾ, ਛੱਡਣਾ, ਗਲਤ ਖਿਆਲ ਆ ਰਿਹਾ ਛੱਡਣਾ। ਇਹ ਹੈ ਤਨ ਮਨ ਖੋਜਣਾ ਵੀ ਕੀ ਸਰੀਰ ਠੀਕ ਕੰਮ ਕਰ ਰਿਹਾ, ਕਿਤੇ ਗਲਤ ਕੰਮ ਤਾਂ ਨਹੀਂ ਕਰ ਰਿਹਾ, ਕਿਤੇ ਗੁਰਬਾਣੀ ਦੇ ਵਿਰੁੱਧ ਤਾਂ ਨਹੀਂ ਕਰਮ ਕਰ ਰਿਹਾ। ਮਨ ਨੂੰ ਖੋਜਣਾ ਕਿ ਮਨ 'ਚ ਕਿਤੇ ਵਿਸ਼ੇ ਵਿਕਾਰਾਂ ਦਾ ਖਿਆਲ ਤਾਂ ਨਹੀਂ ਆ ਰਿਹਾ। ਜਦੋਂ ਮਨੁੱਖ ਇਸ ਤਰ੍ਹਾਂ ਆਪਣੇ ਅੰਦਰ ਝਾਤੀ ਮਾਰਦਾ ਹੈ, ਫਿਰ ਉਹ ਬੁਰਾਈਆਂ ਨੂੰ ਦੂਰ ਕਰਦਾ ਹੈ, ਫਿਰ ਉਹਨੂੰ ਨਾਮ ਦੀ ਪ੍ਰਾਪਤੀ ਹੁੰਦੀ। ਤਾਂ ਨਾਮ ਪਾਏ, ਤਾਂ ਉਹਨੂੰ ਨਾਮ ਮਿਲਦਾ, ਕਿਉਂਕਿ ਔਗਣਿਆਰੇ ਨੂੰ ਨਾਮ ਨਹੀਂ ਮਿਲਿਆ ਕਰਦਾ। ਉਹ ਨਾਮ ਰੱਖੇ ਕਿਤੇ ਤਾਂ ਭਾਂਡਾ ਹੀ ਨਹੀਂ ਤਿਆਰ ਹੈ, ਤਾਂ ਭਾਂਡੇ ਹੀ ਤਿਆਰ ਨੇ। ਇਸ ਲਈ ਪਹਿਲਾਂ ਔਗਣ ਦੂਰ ਕਰਨੇ ਨੇ, ਫਿਰ ਜਾ ਕੇ ਗੱਲ ਬਣਦੀ ਹੈ। ਇਸ ਲਈ ਕਿ ਜਿਹੜਾ ਤਨ ਮਨ ਦੀ ਖੋਜ ਕਰਦਾ ਹੈ ਉਹਨੂੰ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ, ਅਤੇ ਜਿਹਨੂੰ ਨਾਮ ਦੀ ਪ੍ਰਾਪਤੀ ਫਿਰ ਕਹਿੰਦੇ ਧਾਵਤ ਰਾਖੈ ਠਾਕ ਰਹਾਏ। ਉਹ ਦੌੜਦੇ ਹੋਏ ਮਨ ਨੂੰ ਰੋਕ ਕੇ ਰੱਖਦਾ। ਠਾਕ ਦੇ ਰੋਕਣਾ। ਇਹ ਮਨ ਦੌੜਦਾ ਰਹਿੰਦਾ, ਟਿਕਦਾ ਨਹੀਂ ਹੈ। ਕਿਉਂ? ਤਨ ਅਤੇ ਮਨ ਕਿਸੇ ਗਲਤ ਪਾਸੇ ਲੱਗਾ ਹੋਇਆ ਹੈ। ਤੁਸੀਂ ਕਦੇ ਵੀ ਨੋਟ ਕਰਿਓ, ਜੇ ਤੁਸੀਂ ਸਿਮਰਨ ਕਰਦੇ ਹੋ ਜਾਂ ਬਾਣੀ ਪੜ੍ਹਦੇ ਹੋ, ਤੁਹਾਡਾ ਧਿਆਨ ਤਿੰਨ ਪਾਸੇ ਜਾਂਦਾ। ਜਾਂ ਤਾਂ ਕਿਸੇ ਸਰੀਰ ਵਾਲੇ ਪਾਸੇ ਜਾਂਦਾ, ਕੋਈ ਸਰੀਰ ਯਾਦ ਆਉਂਦਾ ਹੈ, ਜਾਂ ਮਾਇਆ ਯਾਦ ਆਉਂਦੀ ਹੈ, ਜਾਂ ਕੋਈ ਚੀਜ਼ ਯਾਦ ਆਉਂਦੀ ਹੈ, ਉੱਧਰ ਧਿਆਨ ਜਾਂਦਾ। ਇਸ ਲਈ ਮਨੁੱਖ ਜਦੋਂ ਫਿਰ ਆਪਣੇ ਤਨ ਮਨ ਦੀ ਖੋਜ ਕਰਦਾ ਵੀ ਮਨ 'ਚ ਕੀ ਖਿਆਲ ਆ ਰਹੇ ਨੇ, ਕੀ ਇਹ ਠੀਕ ਨੇ ਕਿ ਗਲਤ ਨੇ। ਮੰਨ ਲਓ ਮਨ 'ਚ ਗਲਤ ਖਿਆਲ ਆ ਰਹੇ ਨੇ, ਇੱਕਦਮ ਸਿਮਰਨ ਸ਼ੁਰੂ ਕਰ ਦਿਓ, ਉਹ ਤਾਂ ਜੋ ਧਿਆਨ ਦੂਜੇ ਪਾਸੇ ਨੂੰ ਹੋ ਜਾਏ ਅਤੇ ਉੱਧਰ ਸਾਡਾ ਧਿਆਨ ਹਟ ਜਾਏ। ਗੱਲ 'ਤੇ ਧਿਆਨ ਨਹੀਂ ਹਟਾਉਣਾ, ਕਿਸੇ ਨਾ ਕਿਸੇ ਪਾਸੇ 'ਤੇ ਲਾਉਣਾ ਇਸ ਨੂੰ। ਇੱਕ ਬੱਚਾ ਡਿੱਗ ਪਿਆ ਹੈ, ਉਹ ਰੋਂਦਾ ਹੈ, ਮਾਂ ਕੋਲ ਕਹਿੰਦੇ ਵੇ ਕੀੜੀ ਦਾ ਆਟਾ ਡੁੱਲ ਗਿਆ। ਉਹਦਾ ਧਿਆਨ ਕੀੜੀ ਅਤੇ ਉਹਦੇ ਆਟੇ ਵੱਲ ਚਲਿਆ ਜਾਂਦਾ, ਹਾਲਾਂਕਿ ਨਾ ਉੱਥੇ ਕੀੜੀ ਨਾ ਆਟਾ। ਉਹ ਰੋਣਾ ਚੁੱਪ ਕਰਦਾ ਕਿ ਉਹਦਾ ਧਿਆਨ ਦੂਜੇ ਪਾਸੇ ਹੋ ਗਿਆ। ਅਸੀਂ ਵੀ ਸੰਸਾਰ ਵਾਲਾ ਹੈ ਭੁੱਲਿਆ, ਰੱਬ ਦਾ ਕੀ ਪਾਉਣਾ, ਇੱਧਰ ਪੁੱਟਣਾ ਇੱਧਰ ਲਾਉਣਾ। ਅਨਾਇਤ ਸ਼ਾਹ ਬੁੱਲੇ ਸ਼ਾਹ ਦਾ ਗੁਰੂ ਸੀ। ਬੁੱਲੇ ਸ਼ਾਹ ਨੂੰ ਮਿਲਣ ਗਿਆ, ਅੱਗੇ ਉਹ ਗੰਢਿਆਂ ਦੀ ਪਨੀਰੀ, ਪਿਆਜ਼ ਦੀ ਪਨੀਰੀ ਇੱਕ ਪਾਸੇ ਪੁੱਟ ਕੇ ਦੂਜੇ ਪਾਸੇ ਲਾ ਰਹੇ ਨੇ। ਅਤੇ ਬੁੱਲੇ ਸ਼ਾਹ ਕਹਿੰਦਾ ਵੀ ਗੁਰੂ ਜੀ ਇਹ ਰੱਬ ਕਿਵੇਂ ਮਿਲਦਾ ਹੈ? ਕਹਿੰਦੇ ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਇੱਧਰ ਲਾਉਣਾ। ਜੇ ਮੈਂ ਇੱਧਰ ਪਨੀਰੀ ਪੁੱਟ ਰਿਹਾ, ਆ ਦੂਜੇ ਖੇਤ ਚਲਾ ਰਿਹਾ। ਮਨ ਨੂੰ ਸੰਸਾਰ ਵੱਲੋਂ ਪੁੱਟਣਾ, ਰੱਬ ਵਾਲੇ ਪਾਸੇ ਲਾਉਣਾ ਬਸ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ
ਜਿਹੜਾ ਤਨ ਮਨ ਦੀ ਖੋਜ ਕਰਦਾ ਹੈ ਉਹਨੂੰ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ, ਅਤੇ ਜਿਹਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ ਉਹ ਦੌੜਦੇ ਹੋਏ ਮਨ ਨੂੰ ਇੱਕ ਥਾਂ 'ਤੇ ਰੋਕ ਲੈਂਦਾ ਹੈ। ਗੁਰ ਕੀ ਬਾਣੀ ਅਣ ਦਿਨ ਗਾਵੇ, ਸਹਜੇ ਭਗਤ ਕਰਾਵਣੇ। ਉਹ ਗੁਰੂ ਦੀ ਬਾਣੀ ਨੂੰ ਦਿਨ ਰਾਤ ਗਾਉਂਦਾ ਹੈ, ਬਾਣੀ ਪੜ੍ਹਦਾ ਹੈ, ਕੀਰਤਨ ਕਰਦਾ ਹੈ, ਕੀਰਤਨ ਸੁਣਦਾ ਹੈ, ਸਹਿਜੇ ਭਗਤ ਕਰਦੇ, ਸਹਿਜੇ ਹੀ ਪਰਮਾਤਮਾ ਦੀ ਭਗਤੀ ਕਰਦਾ ਰਹਿੰਦਾ ਹੈ, ਕਿਉਂਕਿ ਮਨ ਨੂੰ ਰੋਕ ਲਿਆ ਹੈ, ਮਨ ਨੂੰ ਨਾਮ ਵਾਲੇ ਪਾਸੇ ਲਾ ਦਿੱਤਾ ਹੈ। ਹੁਣ ਦਿਨ ਰਾਤ ਬਾਣੀ ਗਾਉਂਦਾ ਹੈ ਅਤੇ ਦਿਨ ਰਾਤ ਸਹਿਜ ਸੁਭਾਅ ਭਗਤੀ ਕਰਦਾ ਰਹਿੰਦਾ ਹੈ। ਇਸ ਕਾਇਆ, ਜਿਹੜਾ ਕਾਇਆ ਸ਼ਬਦ ਹੈ, ਜੇ ਆਪਾਂ ਕਾਇਆ ਬੋਲਾਂਗੇ ਇਹ ਹਿੰਦੀ ਦਾ, ਜੇ ਕਾਇਆ ਬੋਲਾਂਗੇ ਇਹ ਪੰਜਾਬੀ ਦਾ ਹੈ। ਇਸ ਲਈ ਪਾਠੀ ਦੀ ਮਰਜ਼ੀ ਹੈ, ਇਸ ਨੂੰ ਕਾਇਆ ਬੋਲੋ ਜਾਂ ਕਾਇਆ ਬੋਲੋ, ਅਰਥ ਇੱਕੋ ਹੀ ਹੈ। ਇਸ ਕਾਇਆ ਅੰਦਰ ਵਸਤ ਅਸੰਖਾ, ਗੁਰਮੁਖ ਸਾਚ ਮਿਲੈ ਤਾਂ ਵੇਖਾ, 9 ਦਰਵਾਜ਼ੇ 10ਵੇਂ ਮੁਕਤਾ, ਅਨਹਦ ਸ਼ਬਦ ਵਜਾਵਣੇ। ਇਸ ਕਈ ਅਰਥ ਕਹਿੰਦੇ ਇਸ ਸਰੀਰ ਦੇ ਵਿੱਚ ਬੇਅੰਤ ਵਸਤੂਆਂ ਹਨ। ਅਤੇ ਇੱਕ ਥਾਂ ਮੈਂ ਪੜ੍ਹ ਰਿਹਾ ਸੀ, ਉਹ ਕਹਿੰਦੇ ਇਸ ਸਰੀਰ ਦੇ ਵਿੱਚ ਬੇਅੰਤ ਪਰਮਾਤਮਾ ਵਸਦਾ ਹੈ। ਗੁਰਮੁਖ ਸਾਚ ਮਿਲੇ, ਗੁਰੂ ਦੇ ਰਾਹੀਂ ਜਦੋਂ ਨਾਮ ਮਿਲਦਾ ਨਾ ਤਾਂ ਵੇਖਾ, ਤਾਂ ਉਸ ਪਰਮਾਤਮਾ ਨੂੰ ਵੇਖਿਆ ਜਾ ਸਕਦਾ ਹੈ, ਤਾਂ ਉਸ ਨੂੰ ਵੇਖਿਆ ਜਾ ਸਕਦਾ। ਅਤੇ ਦੂਜਾ ਇਹ ਹੈ ਕਿ ਜੋ ਬ੍ਰਹਮੰਡ ਹੈ ਸੋਈ ਪਿੰਡ ਹੈ, ਜੋ ਖੋਜੈ ਸੋ ਪਾਵੇ। ਬਈ ਜੋ ਬ੍ਰਹਮੰਡ ਦੇ ਵਿੱਚ ਹੈ ਉਹੀ ਸਾਡੇ ਸਰੀਰ ਦੇ ਵਿੱਚ ਹੈ, ਜਿਹੜਾ ਖੋਜ ਲੈਂਦਾ ਉਹ ਪਾ ਲੈਂਦਾ ਹੈ। ਜਿਵੇਂ ਬ੍ਰਹਮੰਡ ਵਿੱਚ ਬਹੁਤ ਕੁਛ ਹੈ, ਇਸ ਤਰੀਕੇ ਸਾਡੇ ਅੰਦਰ ਵੀ ਬਹੁਤ ਕੁਛ ਹੈ। ਜਦੋਂ ਕਹਿੰਦੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਨਾਮ ਜਪ ਕੇ, ਤਾਂ ਫਿਰ ਮਨੁੱਖ ਉਸ ਜੇ ਅੰਦਰ ਬੇਅੰਤ ਚੀਜ਼ਾਂ ਨੇ ਉਹਨਾਂ ਨੂੰ ਵੇਖ ਲੈਂਦਾ ਹੈ। ਅਤੇ ਦੂਸਰਾ ਅਰਥ ਹੈ ਕਿ ਇਸ ਸਰੀਰ ਦੇ ਵਿੱਚ ਪਰਮਾਤਮਾ ਵਸਦਾ ਹੈ, ਅਤੇ ਜਦੋਂ ਨਾਮ ਦੀ ਪ੍ਰਾਪਤੀ ਹੁੰਦੀ ਹੈ ਤਾਂ ਮਨੁੱਖ ਉਸ ਪਰਮਾਤਮਾ ਨੂੰ ਫਿਰ ਵੇਖ ਲੈਂਦਾ, ਦਰਸ਼ਨ ਕਰ ਲੈਂਦਾ। 9 ਦਰਵਾਜ਼ੇ 10ਵੇਂ ਮੁਕਤਾ, ਜਦੋਂ ਮਨੁੱਖ 9 ਦਰਵਾਜ਼ਿਆਂ ਨੂੰ ਲੰਘ ਕੇ 2 ਅੱਖਾਂ, 2 ਨਾਸਾਂ, 4 ਮੂੰਹ, 5 2 ਕੰਨ, 7 ਗੁਦਾ ਅਤੇ ਲਿੰਗ, ਇਹ 9 ਦਰਵਾਜ਼ੇ ਨੇ ਜਿਨ੍ਹਾਂ ਰਾਹੀਂ ਬਾਹਰੋਂ ਵੀ ਚੀਜ਼ ਅੰਦਰ ਜਾਂਦੀ ਹੈ ਅਤੇ ਅੰਦਰੋਂ ਵੀ ਚੀਜ਼ ਬਾਹਰ ਆਉਂਦੀ ਹੈ। 10ਵਾਂ ਜਿਹੜਾ ਦਰ ਹੈ ਉਹ ਕਹਿੰਦੇ ਬੰਦ ਰਹਿੰਦਾ ਹੈ, ਕਿਉਂਕਿ ਕਹਿੰਦੇ ਉੱਥੇ ਪਰਮਾਤਮਾ ਬੈਠਾ ਹੈ। ਪਰਮਾਤਮਾ ਨੇ ਕੀ ਕੀਤਾ ਵੀ ਆਪਣੇ ਆਪ ਨੂੰ 10ਵੇਂ 'ਚ ਘਰ 'ਚ ਬੰਦ ਕਰ ਲਿਆ ਹੈ, ਬਾਹਰੋਂ ਜਿੰਦਰਾ ਲਾਤਾ, ਉਹਦੀ ਕੁੰਜੀ ਗੁਰੂ ਨੂੰ ਦੇਤੀ। ਬਈ ਜਿਸ ਨੇ ਮੇਰਾ ਦਰਵਾਜ਼ਾ ਖੋਲ੍ਹਣਾ ਉਹਨੂੰ ਜਿੰਦਰਾ ਖੋਲ੍ਹਣਾ ਪਏਗਾ, ਅਤੇ ਜਿੰਦਰੇ ਦੀ ਕੁੰਜੀ ਗੁਰੂ ਕੋਲ ਹੈ, ਇਸ ਲਈ ਮਨੁੱਖ ਨੂੰ ਗੁਰੂ ਕੋਲ ਜਾਣਾ ਪਏਗਾ। ਅਤੇ ਉਹ ਕੁੰਜੀ ਹੈ ਕੀ ਅਸਲ 'ਚ? ਉਹ ਕੁੰਜੀ ਨਾਮ ਦੀ। ਗੁਰੂ ਮਹਾਰਾਜ ਫਿਰ ਉਹਨੂੰ ਨਾਮ ਦਿੰਦੇ ਨੇ, ਉਹ ਫਿਰ ਨਾਮ ਜਪਦਾ ਰਹਿੰਦਾ, ਜਪਦਾ ਰਹਿੰਦਾ, ਜਪਦਾ ਰਹਿੰਦਾ, ਅਤੇ 10ਵੇਂ ਦੁਆਰ 'ਚ ਪਹੁੰਚ ਜਾਂਦਾ ਹੈ। ਉੱਥੇ ਫਿਰ ਕੀ ਦੇਖਦਾ? ਅਨਹਦ ਸ਼ਬਦ ਵਜਾਵਣੇ, ਵੀ ਉੱਥੇ ਅਨਹਦ ਨਾਦ ਵੱਜ ਰਿਹਾ ਹੈ, ਉੱਥੇ ਆਪਣੇ ਆਪ ਹੀ ਰੱਬੀ ਸੰਗੀਤ ਹੋ ਰਿਹਾ ਹੈ, ਉੱਥੇ ਕੋਈ ਵਜਾ ਨਹੀਂ ਰਿਹਾ, ਆਪਣੇ ਆਪ ਹੀ ਵੱਜੀ ਜਾ ਰਿਹਾ ਸੰਗੀਤ। ਉਹ ਦੇਖਦਾ ਉੱਥੇ ਜਾ ਕੇ, ਸੱਚਾ ਸਾਹਿਬ ਸੱਚੀ ਨਾਈ, ਗੁਰ ਪ੍ਰਸਾਦੀ ਮਨ ਵਸਾਈ। ਇਹਨੂੰ ਮਨ ਨਹੀਂ ਪੜ੍ਹਨਾ, ਹਾਲਾਂਕਿ ਉੱਤੇ ਟਿੱਪੀ ਲੱਗੀ ਹੋਈ ਹੈ। ਮਨ ਹੁੰਦਾ ਮੰਨਣਾ, ਮਨ ਇਹ ਬਿਨਾਂ ਟਿੱਪੀ ਦੇ ਬੋਲੇ ਮਨ, ਮਨ ਵਿੱਚ। ਗੁਰ ਪ੍ਰਸਾਦੀ ਮਨ ਵਸਾਈ, ਅਣ ਦਿਨ ਸਦਾ ਰਹਿ ਰੰਗ ਰਾਤਾ, ਦਰ ਸੱਚੈ ਸੋਝੀ ਪਾਵਨਿਆ।
ਕਹਿੰਦੇ ਸੱਚਾ ਸਾਹਿਬ ਸੱਚੀ ਨਾਈ, ਪਰਮਾਤਮਾ ਵੀ ਸੱਚਾ ਤੇ ਉਹਦੀ ਵਡਿਆਈ ਵੀ ਸੱਚੀ। ਨਾਈ ਵਡਿਆਈ ਨੂੰ ਕਹਿੰਦੇ। ਫਾਰਸੀ ਦਾ ਸ਼ਬਦ ਹੈ ਅਸ਼ਨਾਈ, ਆੜਾ ਸੱਸੇ ਦੇ ਪੈਜ ਬਿੰਦੇ ਨੰਨੇ ਕੰਨਾ ਇਡਮ, ਅਸ਼ਨਾਈ ਭਾ ਵਡਿਆਈ। ਅਸ਼ਨਾਈ ਨੂੰ ਗੁਰਬਾਣੀ ਅਸਨਾਈ ਲਿਖਿਆ ਹੋਇਆ ਹੈ। ਉਹ ਤੋਂ ਛੋਟਾ ਦਾ ਸ਼ਬਦ ਸਨਾਈ, ਸੱਸਾ ਨੰਨੇ ਕੰਨਾ ਇਡਮ ਬਿਆਰੀ, ਸਨਾਈ। ਉਦੋਂ ਛੋਟਾ ਨਾਈ। ਤਾਂ ਆਸ਼ਨਾਈ ਦਾ ਹੀ ਅਰਥ ਵੀ ਵਡਿਆਈ ਹੈ ਅਤੇ ਨਾਈ ਦੀ ਅਰਥ ਵੀ ਵਡਿਆਈ ਹੈ, ਕਿਉਂਕਿ ਸੱਚੀ ਹੈ ਨਾ। ਇਹ ਨਾਈ ਜਾਤ ਨਹੀਂ ਹੈ, ਫਿਰ ਤਾਂ ਨਾਈ ਬੰਦਾ ਹੋ ਜਾਣਾ ਸੀ, ਨੈਣ ਇਸਤਰੀ ਹੋ ਜਾਣੀ ਸੀ। ਸੱਚੀ ਨਾਈ, ਸੱਚੀ ਵਡਿਆਈ। ਸੱਚਾ ਸਾਹਿਬ ਸੱਚੀ ਨਾਈ। ਪਰਮਾਤਮਾ ਵੀ ਸੱਚਾ, ਉਹਦੀ ਵਡਿਆਈ ਵੀ ਸੱਚੀ। ਪਰਮਾਤਮਾ ਵੀ ਸਦਾ ਰਹਿਣ ਵਾਲਾ ਹੈ ਅਤੇ ਉਹਦੀ ਵਡਿਆਈ ਵੀ ਸਦਾ ਰਹਿਣ ਵਾਲੀ ਹੈ। ਗੁਰ ਪ੍ਰਸਾਦੇ ਮਨ ਵਸਾਈ। ਜਿਸ 'ਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਇਹ ਵਡਿਆਈ ਉਹਦੇ ਮਨ 'ਚ ਵਸ ਜਾਂਦੀ ਹੈ। ਉਹ ਫਿਰ ਹਰ ਵਕਤ ਪਰਮਾਤਮਾ ਦੀ ਵਡਿਆਈ ਕਰਦਾ ਰਹਿੰਦਾ ਹੈ। ਕਦੇ ਬਾਣੀ ਪੜ੍ਹ ਲਈ, ਕਦੇ ਨਾਮ ਜਪ ਲਿਆ, ਕਿ ਗੁਰੂ ਦੀ ਕਿਰਪਾ ਹੋ ਗਈ। ਗੁਰ ਪ੍ਰਸਾਦੀ, ਗੁਰੂ ਦੀ ਕਿਰਪਾ ਨਾਲ ਮਨ ਵਸਾਈ। ਇਹ ਵਡਿਆਈ ਫਿਰ ਮਨ 'ਚ ਵਸ ਜਾਂਦੀ ਹੈ। ਜਿਹਦੇ ਮਨ 'ਚ ਫਿਰ ਵਡਿਆਈ ਵਸ ਗਈ ਨਾ ਪਰਮਾਤਮਾ ਦੀ, ਅਣ ਦਿਨ ਸਦਾ ਰਹਿ ਰੰਗ ਰਾਤਾ। ਉਹ ਦਿਨ ਰਾਤ ਪਰਮਾਤਮਾ ਦੇ ਰੰਗ 'ਚ ਰੰਗਿਆ ਰਹਿੰਦਾ, ਪਰਮਾਤਮਾ ਦੇ ਪਿਆਰ ਵਿੱਚ ਰੰਗਿਆ ਰਹਿੰਦਾ। ਦਰ ਸੱਚਾ ਸੋਝੀ ਪਾਵਨੀ। ਅਤੇ ਪਰਮਾਤਮਾ ਦੇ ਦਰ ਦੀ ਉਹਨੂੰ ਫਿਰ ਸੋਝੀ ਹੋ ਜਾਂਦੀ ਹੈ। ਕਿਉਂ? ਦਿਨ ਰਾਤ ਨਾਮ ਜਪਦਾ ਹੈ ਅਤੇ ਫਿਰ ਉਹਨੂੰ ਪਰਮਾਤਮਾ ਦੀ ਸੋਝੀ, ਪਰਮਾਤਮਾ ਦੇ ਦਰ ਦੀ ਸੋਝੀ ਹੋ ਜਾਂਦੀ ਹੈ। ਪਾਪ ਪੁੰਨ ਕੀ ਸਾਰ ਨਾ ਜਾਣੀ। ਇੱਕ ਖਿਆਲ ਰੱਖਣਾ, ਅਸੀਂ ਬਾਣੀ ਪੜ੍ਹਦੇ ਹਾਂ, ਨਾਮ ਜਪਦੇ ਹਾਂ, ਇਸ ਨੂੰ ਫਲ ਤਾਂ ਲੱਗਦਾ ਜੇ ਸਾਡੇ 'ਚ 3 ਔਗਣ ਨਾ ਹੋਣ। ਨੰਬਰ 1 ਹਰਾਮ ਦੀ ਕਮਾਈ, ਨੰਬਰ 2 ਨਸ਼ੇ, ਨੰਬਰ 3 ਵੱਧ ਚੱਲਣੇ। ਜੇ ਤਿੰਨਾਂ 'ਚੋਂ ਇੱਕ ਵੀ ਅੰਦਰ ਨੁਕਸ ਹੈ ਤਾਂ ਚਾਹੇ ਸਾਰੀ ਉਮਰ ਨਾਮ ਜਪੀ ਜਾਓ, ਬਾਣੀ ਪੜ੍ਹੀ ਜਾਓ, ਕੋਈ ਆਤਮਿਕ ਤਰੱਕੀ ਨਹੀਂ ਹੋਵੇਗੀ। ਲੱਗੇ ਰਹੋ ਭਾਵੇਂ। ਜੇ ਅਸੀਂ ਚਾਹੁੰਦੇ ਹਾਂ ਕਿਸੇ ਰੱਬ ਨੂੰ ਮਿਲਣਾ, ਸਾਡਾ ਆਤਮਿਕ ਤਰੱਕੀ ਹੋਵੇਗੀ ਤਾਂ ਹੀ ਰੱਬ ਨੂੰ ਮਿਲਾਂਗੇ ਨਾ। ਉਹ ਤਾਂ ਹੀ ਹੋ ਸਕਦੀ ਹੈ ਜੇ ਸਾਡੀ ਕਿਰਤ ਸੁੱਚੀ ਹੋਵੇ, ਜੇ ਸਾਡੀ ਕਮਾਈ ਨੇਕ ਹੋਵੇ, 10 ਨੌਂ ਦੀ ਕਿਰਤ ਹੋਵੇ, ਨਾ ਅਸੀਂ ਕੋਈ ਨਸ਼ਾ ਕਰਦੇ ਹੋਈਏ ਨਾ ਵੇਚਦੇ ਹੋਈਏ, ਅਤੇ ਸਾਡਾ ਚਾਲ ਚੱਲਣ ਉੱਚਾ ਹੋਵੇ। ਜਿਹਦੇ ਅੰਦਰ 3 ਗੁਣ ਨੇ, 10 ਨੌਂ ਦੀ ਕਿਰਤ, ਨਸ਼ਿਆਂ ਤੋਂ ਬਚਾਅ, ਉੱਚਾ ਚਾਲ ਚੱਲਣ, ਉਹਨੂੰ ਲੱਗੇ ਰਹਿਣਾ ਚਾਹੀਦਾ ਹੈ ਅਤੇ ਕਿਸੇ ਦਿਨ ਉਹਨੂੰ ਪ੍ਰਾਪਤੀ ਹੋ ਸਕਦੀ ਹੈ। ਕਿਉਂ? ਉਹਦਾ ਮਨ ਸਾਫ਼ ਹੈ। ਸਾਫ਼ ਮਨ ਹੈ, ਇਸ ਲਈ ਗੱਲ ਫਿਰ ਛੇਤੀ ਬਣ ਜਾਂਦੀ ਹੈ। ਸੋ ਇਸ ਲਈ ਜਿਨ੍ਹਾਂ ਨੇ ਇਸ ਪਾਸੇ ਲੱਗਣਾ, ਉਹਨਾਂ ਨੇ ਇਹਨਾਂ 3 ਗੱਲਾਂ 'ਤੇ ਪਹਿਰਾ ਦੇਣਾ ਪਏਗਾ, ਨਹੀਂ ਤਾਂ ਉਹਨੂੰ ਮਰਨ ਤੱਕ ਵੀ ਕੋਈ ਪ੍ਰਾਪਤੀ ਨਹੀਂ ਹੋਵੇਗੀ। ਉਹਨਾਂ ਦੀ ਮਿਹਨਤ ਐਵੇਂ ਹੀ ਚਲੀ ਜਾਏਗੀ। ਗੁਰੂਆਂ ਦੇ ਜੀਵਨ ਪੜ੍ਹੋ। ਗੁਰੂ ਮਹਾਰਾਜ ਜਿਹਦੇ ਕੋਲ ਗਏ ਜਾਂ ਜਿਹੜਾ ਗੁਰੂ ਮਹਾਰਾਜ ਦੇ ਕੋਲ ਆਇਆ, ਗੁਰੂ ਮਹਾਰਾਜ ਤਾਂ ਜਾਣੀ ਜਾਣ ਸਨ। ਉਹਨਾਂ ਉਹਦੀ ਬੁਰਾਈ ਉਸ ਤੋਂ ਛੁਡਾਈ। ਜਦੋਂ ਉਸਨੇ ਬੁਰਾਈ ਛੱਡ ਦਿੱਤੀ, ਫਿਰ ਉਹਨੂੰ ਗੁਰਮੰਤਰ ਦੀ ਦਾਤ ਦਿੱਤੀ। ਉਂਝ ਨਹੀਂ ਕਿਸੇ ਨੂੰ ਗੁਰਮੰਤਰ ਦੀ ਦਾਤ ਦਿੱਤੀ। ਨਹੀਂ ਤਾਂ ਮੇਰੇ ਵਰਗਾ ਕਹਿ ਦੇਗਾ ਜੀ ਦੇਖੋ ਜੀ ਤਨਖਾਹ ਥੋੜ੍ਹੀ ਹੈ ਜੀ, ਗੁਜ਼ਾਰਾ ਨਹੀਂ ਹੁੰਦਾ ਜੀ, ਇਹ ਰਿਸ਼ਵਤ ਲੈਣੀ ਪੈਂਦੀ ਹੈ ਜੀ, ਇਹ ਅੱਖ ਚੱਬਣਾ ਪੈਂਦਾ ਜੀ, ਮੈਨੂੰ ਨਾਮ ਦੇ ਦਿਓ, ਮੈਂ ਨਾਮ ਵੀ ਜਪਦਾ ਰਹਾਂਗਾ ਅਤੇ ਇਹੀ ਵੀ ਕਰਦਾ ਰਹਾਂਗਾ। ਇਹ ਨਹੀਂ ਚੱਲੇਗਾ। ਜਿਹਨੇ ਰੱਬ ਵਾਲੇ ਪਾਸੇ ਨੂੰ ਮੁੜਨਾ ਹੈ, ਉਹਨੂੰ ਇਹ 3 ਗੱਲਾਂ 'ਤੇ ਪਹਿਰਾ ਦੇਣਾ ਪਏਗਾ। ਇਹ 3 ਔਗਣ ਛੱਡਣੇ ਪੈਣਗੇ, ਫਿਰ ਜਾ ਕੇ ਉਹਦੀ ਆਤਮਿਕ ਤਰੱਕੀ ਹੋਣੀ ਸ਼ੁਰੂ ਹੋਵੇਗੀ, ਨਹੀਂ ਤਾਂ ਨਹੀਂ ਹੁੰਦੀ। ਸੋ ਤਾਂ ਗੁਰੂ ਮਹਾਰਾਜ ਕਹਿੰਦੇ, ਪਾਪ ਪੁੰਨ ਕੀ ਸਾਰ ਨਾ ਜਾਣੀ,
ਦੂਜੈ ਲਾਗੀ ਭਰਮ ਭੁਲਾਣੀ, ਅਗਿਆਨੀ ਅੰਧਾ ਮਗ ਨਾ ਜਾਣੇ, ਫਿਰ ਆਵਣ ਜਾਵਣੇ। ਹੁਣ ਜਿਹੜਾ ਅਗਿਆਨੀ ਹੈ ਇਹ ਅੰਨਾ ਹੁੰਦਾ। ਇੱਕ ਤੇ ਅੰਨਾ ਹੈਗਾ ਅੱਖਾਂ ਤੋਂ, ਗੁਰਬਾਣੀ ਉਸ ਨੂੰ ਨਹੀਂ ਮਾਨਤਾ ਦਿੰਦੀ, ਉਹ ਕਹਿੰਦੇ ਵੈਸੇ ਹੋ ਗਿਆ ਤਾਂ। ਅੰਧੇ ਇਹ ਨਾ ਆਖੀਏ ਜਿਨ ਮੁਖ ਲੋਇਨ ਨਾਹੀਂ, ਅੰਧੇ ਸਹੀ ਨਾਨਕਾ ਜੇ ਖਸਮ ਕੁੱਥੇ ਜਾਏ। ਕਹਿੰਦੇ ਅੰਨੇ ਉਹ ਨਹੀਂ ਗਏ ਜਿਨ੍ਹਾਂ ਦੇ ਚਿਹਰੇ ਤੇ ਅੱਖਾਂ ਨਹੀਂ ਹੈਗੀਆਂ, ਅੰਨੇ ਉਹ ਨੇ ਜਿਹੜੇ ਰੱਬ ਦਾ ਨਾਮ ਨਹੀਂ ਜਪਦੇ, ਉਹ ਅੰਨੇ ਨੇ। ਅਤੇ ਉਹਦੇ ਲਈ ਹੀ ਅਗਿਆਨੀ ਸ਼ਬਦ ਵਰਤਿਆ ਗਿਆ। ਅਗਿਆਨੀ ਅੰਧਾ ਮਗ ਨ ਜਾ, ਅਗਿਆਨੀ ਹੈ ਅੰਨਾ ਹੈ ਤਾਂ ਉਹਨੂੰ ਰੱਬ ਦੇ ਰਸਤੇ ਦਾ ਪਤਾ ਹੀ ਨਹੀਂ ਹੈ। ਮਗ ਮੈਨੇ ਰਸਤਾ,